3 ਮਈ 1937 ਦੀ ਸ਼ਾਮ ਉਸ ਸਮੇਂ ਦੀ ਸਭ ਤੋਂ ਵੱਡੀ 에ਅਰਸ਼ਿਪ ਹਿੰਡਨਬਰਗ 에ਅਰਸ਼ਿਪ ਜਦੋਂ ਜਰਮਨੀ ਤੋਂ ਯੂਐਸ ਜਾਣ ਦੇ ਲਈ ਉਡਾਨ ਭਰਦੀ ਆ ਤਾਂ ਇਸ 에ਅਰਸ਼ਿਪ ਦੇ ਵਿੱਚ 97 ਯਾਤਰੀ ਤੇ ਕ੍ਰੂ ਮੈਂਬਰ ਸੀ ਤੇ ਜਦੋਂ ਹੀ 2.5 ਦਿਨਾਂ ਦੇ ਬਾਅਦ ਇਹ 에ਅਰਸ਼ਿਪ ਯੂਐਸ ਦੇ ਵਿੱਚ ਜਾਂਦੀ ਆ ਤਾਂ ਇਹ 에ਅਰਸ਼ਿਪ ਦੇ ਨਾਲ ਇੱਕ ਘਟਨਾ ਹੁੰਦੀ ਆ ਤੇ ਇਹ ਇੱਕ ਅਜਿਹੀ ਘਟਨਾ ਸੀ ਕਿ ਇਹ 에ਅਰਸ਼ਿਪ ਇੰਡਸਟਰੀ ਨੂੰ ਹੀ ਖਤਮ ਕਰ ਦਿੰਦੀ ਆ। ਇਹ ਜਿਹੜੀ ਹਿੰਡਨਬਰਗ 에ਅਰਸ਼ਿਪ ਸੀ ਇਹ ਉਸ ਸਮੇਂ ਦੀ ਸਭ ਤੋਂ ਵੱਡੀ 에ਅਰਸ਼ਿਪ ਸੀ। ਇਸ ਗੱਲ ਦਾ ਅੰਦਾਜ਼ਾ ਤੁਸੀਂ ਇਹ ਤੋਂ ਲਾ ਸਕਦੇ ਹੋ ਕਿ ਇਸ 에ਅਰਸ਼ਿਪ ਦਾ ਸਾਈਜ਼ ਪੂਰੇ ਟਾਈਟੈਨਿਕ ਸ਼ਿਪ ਦੇ ਬਰਾਬਰ ਸੀ। ਤਕਰੀਬਨ 815 ਫੁੱਟ ਦੀ ਲੰਮੀ ਇਹ 에ਅਰਸ਼ਿਪ ਜਦੋਂ ਹੀ ਯੂਐਸ ਦੇ ਵਿੱਚ ਪਹੁੰਚਦੀ ਆ ਤੇ ਇਹ ਲੈਂਡ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਇਸ 에ਅਰਸ਼ਿਪ ਦੇ ਮਗਰਲੇ ਪਾਸੇ ਇੱਕ ਬਹੁਤ ਵੱਡਾ ਧਮਾਕਾ ਹੁੰਦਾ ਜਿਹਦੇ ਕਰਕੇ ਦੇਖਦੇ ਹੀ ਦੇਖਦੇ ਅਗਲੇ 30 ਸਕਿੰਟਾਂ ਦੇ ਵਿੱਚ ਇਹ 에ਅਰਸ਼ਿਪ ਅੱਗ ਦੇ ਗੋਲੇ ਦੇ ਵਿੱਚ ਬਦਲ ਜਾਂਦੀ ਆ ਤੇ ਨਾਲ ਦੀ ਨਾਲ ਉਸ ਸਮੇਂ ਜਦੋਂ ਕਿ 에ਅਰ ਟਰੈਵਲ ਆਮ ਲੋਕਾਂ ਦੇ ਲਈ ਅਵੇਲੇਬਲ ਨਹੀਂ ਸੀ ਤੇ ਹਿੰਡਨਬਰਗ 에ਅਰਸ਼ਿਪ ਆਮ ਲੋਕਾਂ ਦੇ ਲਈ 에ਅਰ ਟਰੈਵਲ ਅਵੇਲੇਬਲ ਕਰਾ ਰਹੀ ਸੀ ਤਾਂ ਕਰਕੇ ਇਹਦੀ ਲੈਂਡਿੰਗ ਨੂੰ ਦੇਖਣ ਦੇ ਲਈ ਬਹੁਤ ਸਾਰੇ ਲੋਕ ਉੱਥੇ ਆਏ ਹੋਏ ਸੀ ਤੇ ਇਹਦੇ ਤੋਂ ਇਲਾਵਾ ਬਹੁਤ ਸਾਰੇ ਲੋਕ ਆਪਣੇ ਕੈਮਰਿਆਂ ਦੇ ਵਿੱਚ ਇਸ ਦ੍ਰਿਸ਼ ਨੂੰ ਰਿਕਾਰਡ ਕਰ ਰਹੇ ਸੀ ਤੇ ਜਦੋਂ ਹੀ ਲੈਂਡਿੰਗ ਕਰਨ ਦੀ ਇਹ ਕੋਸ਼ਿਸ਼ ਕਰਦੀ ਆ ਤੇ ਉਹਦੇ ਵਿੱਚ ਧਮਾਕਾ ਹੁੰਦਾ ਤਾਂ ਇਹ ਧਮਾਕਾ ਵੀ ਲੋਕਾਂ ਦੇ ਕੈਮਰਿਆਂ ਦੇ ਵਿੱਚ ਰਿਕਾਰਡ ਹੋ ਜਾਂਦਾ। ਪਰ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਪੂਰੇ 2.5 ਦਿਨਾਂ ਦਾ ਸਫ਼ਰ ਤੈਅ ਕਰਕੇ ਇਹ 에ਅਰਸ਼ਿਪ ਯੂਐਸ ਦੇ ਵਿੱਚ ਤਾਂ ਆ ਜਾਂਦੀ ਆ ਪਰ ਜਦੋਂ ਹੀ ਇਹ ਲੈਂਡ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਅਜਿਹੀ ਕਿਹੜੀ ਘਟਨਾ ਹੁੰਦੀ ਆ ਕਿ ਇਸ 에ਅਰਸ਼ਿਪ ਦੇ ਵਿੱਚ ਅੱਗ ਲੱਗ ਜਾਂਦੀ ਆ। ਉਹ ਕੀ ਕਾਰਨ ਸੀ ਕਿ ਇਸ 에ਅਰਸ਼ਿਪ ਦੇ ਵਿੱਚ ਇੱਕ ਧਮਾਕਾ ਹੁੰਦਾ ਜਿਹਦੇ ਨਾਲ ਅੱਗ ਲੱਗ ਜਾਂਦੀ ਆ ਤੇ ਉਦੋਂ ਬਾਅਦ ਕਿਉਂ 에ਅਰਸ਼ਿਪ ਇੰਡਸਟਰੀ ਹੀ ਖਤਮ ਹੋ ਗਈ ਇਹਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। The world's largest airship heading for Lakehurst, New Jersey. You're about to see the pictures he got when the ship exploded. Those aboard leaping for life from a flaming inferno. The actual crash of the Hindenburg. An airship destroyed in less than half a minute. 에ਅਰ ਟਰੈਵਲ ਵੈਸੇ ਤਾਂ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਹੀ ਕਾਫੀ ਪਪੂਲਰ ਹੋ ਗਿਆ ਸੀ ਪਰ ਜਿੰਨੇ ਵੀ ਉਸ ਸਮੇਂ ਦੇ ਜਹਾਜ਼ ਸੀ ਉਹ ਜ਼ਿਆਦਾਤਰ ਮਿਲਟਰੀ ਪਰਪਸ ਦੇ ਲਈ ਯੂਜ਼ ਕੀਤੇ ਜਾਂਦੇ ਸੀ। ਆਮ ਲੋਕਾਂ ਦੀ ਟਰੈਵਲਿੰਗ ਦੇ ਲਈ ਹਜੇ ਵੀ ਪਾਣੀ ਵਾਲੇ ਜਹਾਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਪਰ ਲਗਾਤਾਰ ਇਸ ਤਰੀਕੇ ਦੇ ਉੱਪਰ ਵੀ ਕੰਮ ਕੀਤਾ ਜਾ ਰਿਹਾ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਆਮ ਇਨਸਾਨਾਂ ਨੂੰ ਵੀ ਹਵਾ ਦੇ ਵਿੱਚ ਉਡਾਨ ਭਰਾਈ ਜਾ ਸਕੇ। ਸੋ ਇਨਸਾਨਾਂ ਨੂੰ ਉਸ ਸਮੇਂ ਹਵਾ ਦੇ ਵਿੱਚ ਉਡਾਨ ਭਰਾਉਣ ਦੇ ਲਈ ਗੈਸ ਦੇ ਗੁਬਾਰੇ ਯੂਜ਼ ਕੀਤੇ ਜਾਂਦੇ ਸੀ। ਵੈਸੇ ਤਾਂ ਤਕਰੀਬਨ ਅੱਜ ਤੋਂ 350 ਸਾਲ ਪਹਿਲਾਂ ਹੀ 에ਅਰਸ਼ਿਪਸ ਦਾ ਯੂਜ਼ ਕੀਤਾ ਜਾ ਰਿਹਾ ਸੀ। ਦੁਨੀਆ ਦੀ ਸਭ ਤੋਂ ਜਿਹੜੀ ਪਹਿਲੀ 에ਅਰਸ਼ਿਪ ਸੀ ਉਹ ਕੁਝ ਇਸ ਤਰੀਕੇ ਦੇ ਨਾਲ ਦੇਖਣ ਦੇ ਵਿੱਚ ਲੱਗਦੀ ਸੀ ਜਿਹਦੇ ਵਿੱਚ ਕਿ ਇੱਕ ਟੋਕਰੀ ਦੇ ਚਾਰੇ ਚੁੰਡਾਂ ਦੇ ਵਿੱਚ 4 ਗੁਬਾਰੇ ਲਾਏ ਸੀ ਤੇ ਇਹਨਾਂ ਗੁਬਾਰਿਆਂ ਦੇ ਵਿੱਚ ਹਵਾ ਭਰੀ ਜਾਂਦੀ ਸੀ ਤੇ ਇਹਦੇ ਨਾਲ ਇਸ ਟੋਕਰੀ ਨੂੰ ਲਿਫਟ ਮਿਲਦੀ ਸੀ ਤੇ ਇਹ ਹਵਾ ਦੇ ਵਿੱਚ ਉੱਡਦੀ ਸੀ। ਪਰ ਅੱਜ ਤੱਕ ਇਸ 에ਅਰਸ਼ਿਪ ਦਾ ਇਹ ਰਿਕਾਰਡ ਨਹੀਂ ਮਿਲਦਾ ਕਿ ਇਹ ਕਿੰਨਾ ਭਾਰ ਲੈ ਕੇ ਹਵਾ ਦੇ ਵਿੱਚ ਉੱਡਦੀ ਸੀ। ਪਰ ਹੌਲੀ ਹੌਲੀ ਇਹਨਾਂ 에ਅਰਸ਼ਿਪਸ ਦੇ ਵਿੱਚ ਬਦਲਾਅ ਹੁੰਦਾ ਗਿਆ। ਪਹਿਲੀ 에ਅਰਸ਼ਿਪ ਦੇ ਤਕਰੀਬਨ 100 ਸਾਲ ਬਾਅਦ ਜਿਹੜੇ ਚਾਰੇ ਗੁਬਾਰੇ ਪਹਿਲੀ 에ਅਰਸ਼ਿਪ ਦੇ ਵਿੱਚ ਲਾਏ ਸੀ ਉਹਨਾਂ ਨੂੰ ਕੰਬਾਈਨ ਕਰਕੇ ਇੱਕ ਵੱਡਾ ਗੁਬਾਰਾ ਬਣਾਇਆ ਗਿਆ ਤੇ ਉਸ ਗੁਬਾਰੇ ਦੇ ਵਿੱਚ ਗਰਮ ਹਵਾ ਭਰੀ ਜਾਂਦੀ ਸੀ ਤੇ ਜਿਹੜਾ ਕਿ ਇਨਸਾਨਾਂ ਦੇ ਭਾਰ ਨੂੰ ਵੀ ਲੈ ਕੇ ਹਵਾ ਦੇ ਵਿੱਚ ਉੱਡ ਜਾਂਦਾ ਸੀ। ਜਿਵੇਂ ਕਿ ਆਪਾਂ ਸਕੂਲ ਦੇ ਵਿੱਚ ਪੜ੍ਹਿਆ ਸੀ ਕਿ ਜਿਹੜੀ ਗਰਮ ਹਵਾ ਹੁੰਦੀ ਆ ਉਹ ਉੱਪਰ ਵੱਲ ਫਲੋ ਕਰਦੀ ਆ ਤਾਂ ਕਰਕੇ ਜਦੋਂ ਹੀ ਗਰਮ ਹਵਾ ਇਹਨਾਂ ਗੁਬਾਰਿਆਂ ਦੇ ਵਿੱਚ ਭਰੀ ਜਾਂਦੀ ਸੀ ਤਾਂ ਇਹ ਗੁਬਾਰੇ ਹਵਾ ਦੇ ਵਿੱਚ ਉੱਡਦੇ ਸੀ ਤੇ ਇਹ ਇੰਨੀ ਕੁ ਹਵਾ ਹੁੰਦੀ ਸੀ ਕਿ ਇਹ ਇਨਸਾਨਾਂ ਦੇ ਭਾਰ ਨੂੰ ਵੀ ਹਵਾ ਦੇ ਵਿੱਚ ਲੈ ਕੇ ਉੱਡ ਜਾਂਦੇ ਸੀ। ਪਰ ਇਹਨਾਂ ਗੁਬਾਰਿਆਂ ਦੇ ਵਿੱਚ ਇੱਕ ਪ੍ਰੋਬਲਮ ਫੇਸ ਕਰਨੀ ਪੈ ਰਹੀ ਸੀ ਕਿ ਇਹ ਹਵਾ ਦੇ ਵਹਾਅ ਦੇ ਨਾਲ ਹੀ ਆਪਣੀ ਡਾਇਰੈਕਸ਼ਨ ਸਿਲੈਕਟ ਕਰਦੇ ਸੀ। ਕੋਈ ਵੀ ਇਨਸਾਨ ਆਪਣੇ ਹਿਸਾਬ ਦੇ ਨਾਲ ਇਹਨਾਂ ਨੂੰ ਮੋੜ ਨਹੀਂ ਸਕਦਾ ਸੀ। ਪਰ ਸਮੇਂ-ਸਮੇਂ ਤੇ ਇਹਨਾਂ ਗੁਬਾਰਿਆਂ ਦੇ ਵਿੱਚ ਬਦਲਾਅ ਹੁੰਦਾ ਰਿਹਾ। ਹੌਲੀ-ਹੌਲੀ ਇਹਨਾਂ ਗੁਬਾਰਿਆਂ ਦੇ ਵਿੱਚ ਪ੍ਰੋਪੈਲਰ ਵੀ ਫਿੱਟ ਕੀਤੇ ਜਾਣ ਲੱਗੇ ਜਿਹੜੇ ਕਿ ਬਲੂਨ ਦੀ ਸਪੀਡ ਨੂੰ ਹੋਰ ਵੀ ਵਧਾ ਦਿੰਦੇ ਸੀ ਤੇ ਹੌਲੀ-ਹੌਲੀ ਇਹ ਬਲੂਨ 에ਅਰਸ਼ਿਪ ਦੇ ਆਕਾਰ ਦੇ ਵਿੱਚ ਆਉਣ ਲੱਗ ਗਏ ਜਿਹਦੇ ਵਿੱਚ ਕਿ ਗਰਮ ਹਵਾ ਦੀ ਥਾਂ ਤੇ ਹੁਣ ਹਾਈਡਰੋਜਨ ਗੈਸ ਭਰੀ ਜਾਣ ਲੱਗ ਗਈ। ਜਦੋਂ ਹੀ ਇਹ 에ਅਰਸ਼ਿਪ ਹਵਾ ਦੇ ਵਿੱਚ ਉਡਾਨ ਭਰਦੀ ਤਾਂ ਹਾਈਡਰੋਜਨ ਗੈਸ ਭਰੀ ਹੋਣ ਦੇ ਕਰਕੇ ਇਹ ਜ਼ਿਆਦਾ ਸਫਲ ਹੋ ਰਹੀ ਸੀ ਪਰ ਨਾਲ ਦੀ ਨਾਲ ਇਸ ਦਾ ਇੱਕ ਨੁਕਸਾਨ ਵੀ ਸੀ ਕਿ ਹਾਈਡਰੋਜਨ ਗੈਸ ਹਾਈਲੀ ਫਲੇਮੇਬਲ ਗੈਸ ਸੀ ਜਿਹਨੂੰ ਕਿ ਬਹੁਤ ਜਲਦੀ ਅੱਗ ਲੱਗ ਜਾਂਦੀ ਸੀ। ਇੱਕ ਮਾੜਾ ਜਿਹਾ ਸਪਾਰਕ ਪੂਰੀ ਦੀ ਪੂਰੀ 에ਅਰਸ਼ਿਪ ਨੂੰ ਤਬਾਹ ਕਰ ਸਕਦਾ ਸੀ। ਪਰ ਫਿਰ ਵੀ ਇਨਸਾਨਾਂ ਦੇ ਵਿੱਚ 에ਅਰਸ਼ਿਪਸ ਲਗਾਤਾਰ ਫੇਮਸ ਹੋ ਰਹੀਆਂ ਸੀ। ਹਾਲਾਂਕਿ ਉਸ ਸਮੇਂ ਤੱਕ 에ਅਰਸ਼ਿਪਸ ਦੇ ਨਾਲ ਕਾਫੀ ਹਾਦਸੇ ਹੋਏ ਫਿਰ ਚਾਹੇ ਉਹ ਯੂਐਸ ਦੀ ਰੋਮਾ ਸ਼ਿਪ ਹੋਵੇ ਜਿਹਦੇ ਵਿੱਚ ਕਿ 34 ਲੋਕਾਂ ਦੀ ਜਾਨ ਚਲੀ ਗਈ ਜਾਂ ਫਿਰ ਫ੍ਰੈਂਚ ਨੇਵੀ ਦੀ ਡਿਕਸਮਿਊਡ 에ਅਰਸ਼ਿਪ ਹੋਵੇ ਜਿਹਦੇ ਕਿ ਕ੍ਰੈਸ਼ ਦੇ ਵਿੱਚ ਤਕਰੀਬਨ 52 ਲੋਕਾਂ ਦੀ ਮੌਤ ਹੋ ਗਈ ਸੀ। ਇਹਦੇ ਤੋਂ ਇਲਾਵਾ ਯੂਕੇ ਦੀ 에ਅਰਸ਼ਿਪ ਕ੍ਰੈਸ਼ ਹੋਣ ਦੇ ਕਰਕੇ ਵੀ 48 ਲੋਕ ਮਰ ਗਏ ਸੀ ਜਿਹਦੇ ਕਰਕੇ ਲੋਕ ਲਗਾਤਾਰ 에ਅਰ ਟਰੈਵਲ ਕਰਨ ਤੋਂ ਡਰਦੇ ਸੀ ਤੇ ਲਗਾਤਾਰ ਸਮੁੰਦਰੀ ਰਸਤੇ ਨੂੰ ਪ੍ਰੈਫਰ ਕਰਦੇ ਸੀ। ਪਰ ਫਿਰ ਸਾਲ 1936 ਦੇ ਵਿੱਚ ਜਰਮਨ ਦੀ ਸਰਕਾਰ ਦੀ ਫੰਡਿੰਗ ਦੇ ਨਾਲ
ਜੈਪਲਿਨ ਕੰਪਨੀ ਇੱਕ ਅਜਿਹੀ 에ਅਰਸ਼ਿਪ ਤਿਆਰ ਕਰਦੀ ਆ ਜਿਹਦੇ ਵਿੱਚ ਕਿ ਉਹ ਇਹ ਦਾਅਵਾ ਕਰਦੇ ਆ ਕਿ ਇਸ 에ਅਰਸ਼ਿਪ ਦੇ ਵਿੱਚ ਉਹ ਹਾਈਡਰੋਜਨ ਗੈਸ ਨੂੰ ਯੂਜ਼ ਨਹੀਂ ਕਰਨਗੇ। ਹਾਲਾਂਕਿ ਹਾਈਡਰੋਜਨ ਗੈਸ ਹਲਕੀ ਹੋਣ ਦੇ ਕਰਕੇ ਜ਼ਿਆਦਾ ਉਚਾਈ ਤੱਕ ਜਾਇਆ ਜਾ ਸਕਦਾ ਸੀ, ਜ਼ਿਆਦਾ ਲੰਮੀ ਉਡਾਨ ਭਰੀ ਜਾ ਸਕਦੀ ਸੀ, ਪਰ ਉਹ ਇਹਦੀ ਥਾਂ ਤੇ ਹੀਲੀਅਮ ਗੈਸ ਨੂੰ ਯੂਜ਼ ਕਰਨ ਦੇ ਲਈ ਕਹਿੰਦੇ ਆ ਕਿਉਂਕਿ ਹੀਲੀਅਮ ਗੈਸ ਨੂੰ ਘੱਟ ਅੱਗ ਲੱਗਦੀ ਸੀ। ਉਹ ਹਾਈਡਰੋਜਨ ਗੈਸ ਦੇ ਮੁਕਾਬਲੇ ਘੱਟ ਫਲੇਮੇਬਲ ਸੀ, ਜਿਹਦੇ ਕਰਕੇ ਇਹ ਜ਼ਿਆਦਾ ਸੇਫ ਸੀ। ਪਰ ਇੱਥੇ ਹੀ ਇੱਕ ਵੱਡੀ ਪ੍ਰੋਬਲਮ ਆ ਰਹੀ ਸੀ ਕਿ ਉਸ ਸਮੇਂ ਹੀਲੀਅਮ ਗੈਸ ਦਾ ਐਕਸਪੋਰਟ ਸਿਰਫ US ਦੇਸ਼ ਕਰ ਰਿਹਾ ਸੀ ਤੇ ਵਰਲਡ ਵਾਰ ਦੇ ਕਰਕੇ US ਨੇ ਜਰਮਨੀ ਨੂੰ ਹੀਲੀਅਮ ਗੈਸ ਨਹੀਂ ਦੇਣੀ ਸੀ ਤੇ ਇਸ 에ਅਰਸ਼ਿਪ ਨੂੰ ਚਲਾਉਣ ਦੇ ਲਈ ਇੱਕ ਵੱਡੀ ਮਾਤਰਾ ਦੇ ਵਿੱਚ ਹੀਲੀਅਮ ਗੈਸ ਦੀ ਲੋੜ ਸੀ। ਤਾਂ ਕਰਕੇ ਫਿਰ ਜੈਪਲਿਨ ਕੰਪਨੀ ਡਿਸਾਈਡ ਕਰਦੀ ਹੈ ਕਿ ਉਹ ਹਾਈਡਰੋਜਨ ਗੈਸ ਹੀ ਯੂਜ਼ ਕਰਨਗੇ, ਪਰ ਜ਼ਿਆਦਾ ਸੇਫਟੀ ਦੇ ਨਾਲ ਉਹ ਹਾਈਡਰੋਜਨ ਗੈਸ ਨੂੰ ਯੂਜ਼ ਕਰਨਗੇ ਤਾਂ ਕਿ ਇਸ 에ਅਰਸ਼ਿਪ ਦੇ ਵਿੱਚ ਅੱਗ ਨਾ ਲੱਗ ਸਕੇ। ਫਿਰ ਉਹਨਾਂ ਨੇ ਇੱਕ 에ਅਰਸ਼ਿਪ ਬਣਾਉਣੀ ਸ਼ੁਰੂ ਕੀਤੀ ਜਿਹਨੂੰ ਕਿ ਹਿੰਡਨਬਰਗ 에ਅਰਸ਼ਿਪ ਕਿਹਾ ਜਾਂਦਾ ਸੀ ਤੇ ਇਸ 에ਅਰਸ਼ਿਪ ਨੂੰ ਬਣਾਉਣ ਦੇ ਲਈ ਉਹਨਾਂ ਨੇ 16 ਵੱਡੇ ਰਿੰਗਸ ਨੂੰ ਇੱਕ ਰੋਡ ਦੀ ਮਦਦ ਦੇ ਨਾਲ ਜੋੜਿਆ ਤੇ ਏਡੇ ਵੱਡੇ ਢਾਂਚੇ ਨੂੰ ਹਵਾ ਦੇ ਵਿੱਚ ਉਡਾਉਣ ਦੇ ਲਈ ਬਹੁਤ ਵੱਡੀ ਮਾਤਰਾ ਦੇ ਵਿੱਚ ਹਾਈਡਰੋਜਨ ਗੈਸ ਦੀ ਲੋੜ ਸੀ, ਜਿਹਦੇ ਲਈ ਜੈਪਲਿਨ ਕੰਪਨੀ ਨੇ 16 ਵੱਡੇ ਕਾਟਨ ਬੈਗਸ ਲਏ ਤੇ ਉਹਨਾਂ ਦੇ ਵਿੱਚ ਹਾਈਡਰੋਜਨ ਗੈਸ ਨੂੰ ਭਰਿਆ ਤੇ ਜਿਹਦਾ ਕਿ ਬਾਹਰੀ ਢਾਂਚਾ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਸੀ ਕਿ ਇਹ ਜਿਹੜੇ ਕਾਟਨ ਬੈਗ ਆ ਇਹ ਬਿਲਕੁਲ ਵੀ ਡੈਮੇਜ ਨਾ ਹੋਣ ਤਾਂ ਕਿ ਹਾਈਡਰੋਜਨ ਗੈਸ ਲੀਕ ਨਾ ਹੋ ਸਕੇ। ਤੇ ਜੇਕਰ ਹਾਈਡਰੋਜਨ ਗੈਸ ਕਿਸੇ ਵੀ ਤਰੀਕੇ ਲੀਕ ਹੋ ਜਾਂਦੀ ਤਾਂ ਇੱਕ ਤਾਂ ਇਸ 에ਅਰਸ਼ਿਪ ਨੂੰ ਲਿਫਟ ਨਹੀਂ ਮਿਲਣੀ ਸੀ ਤਾਂ ਦੂਜਾ ਅੱਗ ਲੱਗਣ ਦਾ ਖਤਰਾ ਸੀ। ਤਾਂ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਸੀ ਕਿ ਕਿਸੇ ਵੀ ਤਰੀਕੇ ਇਹ 에ਅਰ ਬੈਗ ਡੈਮੇਜ ਨਾ ਹੋਣ ਤੇ ਇਸ 에ਅਰਸ਼ਿਪ ਦੀ ਬਾਹਰਲੀ ਸਾਈਡ ਦੇ ਉੱਪਰ ਵੀ ਇੱਕ ਰਿਫਲੈਕਟਿਵ ਮਟੀਰੀਅਲ ਨੂੰ ਯੂਜ਼ ਕੀਤਾ ਗਿਆ ਸੀ ਤਾਂ ਕਿ UV ਰੇਜ਼ ਤੋਂ ਇਸ 에ਅਰਸ਼ਿਪ ਨੂੰ ਬਚਾਇਆ ਜਾ ਸਕੇ। ਤੇ ਜਦੋਂ ਹੀ ਇਹ 에ਅਰਸ਼ਿਪ ਤਿਆਰ ਹੁੰਦੀ ਆ ਤਾਂ ਇਹਦੇ ਵਿੱਚ 4 ਪ੍ਰੋਪੈਲਰ ਵੀ ਲਾਏ ਜਾਂਦੇ ਆ ਤਾਂ ਕਿ ਇਸ 에ਅਰਸ਼ਿਪ ਦੀ ਸਪੀਡ ਵੀ ਵਧਾਈ ਜਾ ਸਕੇ ਤੇ ਇਹਨਾਂ ਪ੍ਰੋਪੈਲਰ ਦੀ ਮਦਦ ਦੇ ਨਾਲ ਹੀ ਉਸ ਸਮੇਂ ਦਾ ਸਭ ਤੋਂ ਫਾਸਟੈਸਟ ਕਮਰਸ਼ੀਅਲ 에ਅਰ ਟਰੈਵਲ ਕੀਤਾ ਜਾ ਸਕਦਾ ਸੀ। ਕਿਉਂਕਿ ਸਫ਼ਰ ਮਹਿੰਗਾ ਸੀ ਤਾਂ ਕਰਕੇ ਇੱਕ 5 ਸਟਾਰ ਹੋਟਲ ਵਰਗੀਆਂ ਸੁਵਿਧਾ ਸੀ ਇਸ 에ਅਰਸ਼ਿਪ ਦੇ ਵਿੱਚ, ਜਿਹਦੇ ਵਿੱਚ ਕਿ ਡਾਈਨਿੰਗ ਰੂਮ, ਰੀਡਿੰਗ ਰੂਮ ਤੇ ਇੱਕ ਬਹੁਤ ਵੱਡਾ ਲੌਂਜ ਸੀ ਤੇ ਇਹਦੇ ਤੋਂ ਇਲਾਵਾ ਇਸ 에ਅਰਸ਼ਿਪ ਦੇ ਵਿੱਚ ਇੱਕ ਸਮੋਕਿੰਗ ਰੂਮ ਵੀ ਸੀ ਜਿਹਦੇ ਵਿੱਚ ਲੋਕ ਜਾ ਕੇ ਸਮੋਕਿੰਗ ਕਰ ਸਕਦੇ ਸੀ, ਪਰ ਉਹਨਾਂ ਦੇ ਉੱਪਰ ਨਿਗਾਹ ਰੱਖੀ ਜਾਂਦੀ ਸੀ ਕਿਉਂਕਿ ਇਹ 에ਅਰਸ਼ਿਪ ਹਾਈਡਰੋਜਨ ਗੈਸ ਦੀ ਭਰੀ ਹੋਈ ਸੀ ਤੇ ਸਿਰਫ ਇੱਕ ਸਪਾਰਕ ਬਹੁਤ ਸੀ ਇਸ ਪੂਰੀ ਦੀ ਪੂਰੀ 에ਅਰਸ਼ਿਪ ਨੂੰ ਅੱਗ ਦੇ ਗੋਲੇ ਦੇ ਵਿੱਚ ਬਦਲਣ ਦੇ ਲਈ। ਹੁਣ ਜੇ ਆਪਾਂ ਇਸ 에ਅਰਸ਼ਿਪ ਦੇ ਫਲਾਈਂਗ ਕਨਸੈਪਟ ਦੀ ਗੱਲ ਕਰੀਏ ਤਾਂ ਇਸ 에ਅਰਸ਼ਿਪ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ 16 ਬੈਗਸ ਦੇ ਵਿੱਚ ਹਾਈਡਰੋਜਨ ਗੈਸ ਭਰੀ ਜਾਂਦੀ ਸੀ, ਜਿਹਦੇ ਕਰਕੇ ਇਸ 에ਅਰਸ਼ਿਪ ਨੂੰ ਲਿਫਟ ਮਿਲਦੀ ਸੀ ਤੇ ਜਦੋਂ ਹੀ ਇਹ 에ਅਰਸ਼ਿਪ ਹਵਾ ਦੇ ਵਿੱਚ ਉੱਡਦੀ ਸੀ ਤਾਂ 4 ਪ੍ਰੋਪੈਲਰ ਲੱਗੇ ਹੋਣ ਦੇ ਕਰਕੇ ਇਹ ਅੱਗੇ ਦੇ ਵੱਲ ਜਾਂਦੀ ਸੀ ਤੇ ਇਹਦੇ ਤੋਂ ਇਲਾਵਾ ਇਹਦੇ ਉੱਪਰ ਇੱਕ ਵਰਟੀਕਲ ਸਟੈਬਲਾਈਜ਼ਰ ਲੱਗਿਆ ਹੋਇਆ ਸੀ ਜਿਹੜਾ ਕਿ ਇਸ ਸ਼ਿਪ ਨੂੰ ਖੱਬੇ ਜਾਂ ਸੱਜੇ ਵੱਲ ਮੂਵ ਕਰਨ ਦੇ ਲਈ ਮਦਦ ਕਰਦਾ ਸੀ। ਤੇ ਜਦੋਂ ਹੀ ਇਸ 에ਅਰਸ਼ਿਪ ਦੀ ਲੈਂਡਿੰਗ ਕਰਾਉਣੀ ਹੁੰਦੀ ਸੀ ਤਾਂ ਜਿੰਨੀ ਵੀ ਹਾਈਡਰੋਜਨ ਗੈਸ ਬਚੀ ਹੁੰਦੀ ਸੀ ਉਹਨੂੰ ਹਵਾ ਦੇ ਵਿੱਚ ਹੀ ਰਿਲੀਜ਼ ਕਰ ਦਿੱਤਾ ਜਾਂਦਾ ਸੀ ਤੇ ਜਿਹਦੇ ਕਰਕੇ ਇਸ ਸ਼ਿਪ ਨੂੰ ਲਿਫਟ ਮਿਲਣੀ ਬੰਦ ਹੋ ਜਾਂਦੀ ਸੀ ਤੇ ਉਦੋਂ ਬਾਅਦ ਇਹ ਕੁਝ ਕੁ ਰੱਸੀਆਂ ਰਿਲੀਜ਼ ਕਰਦੀ ਸੀ ਸ਼ਿਪ ਤੇ ਜਿਹੜੇ ਗਰਾਊਂਡ ਤੇ ਖੜੇ ਸਟਾਫ ਮੈਂਬਰ ਹੁੰਦੇ ਸੀ ਉਹ ਇਹਨਾਂ ਰੱਸੀਆਂ ਨੂੰ ਖਿੱਚ ਕੇ ਇਸ ਸ਼ਿਪ ਨੂੰ ਲੈਂਡ ਕਰਾਉਣ ਦੇ ਵਿੱਚ ਮਦਦ ਕਰਦੇ ਸੀ ਤੇ ਇਸ ਕਨਸੈਪਟ ਦੇ ਨਾਲ ਹੀ ਇਹ 에ਅਰਸ਼ਿਪ ਤਕਰੀਬਨ 62 ਸਫਲ ਉਡਾਨਾਂ ਭਰ ਚੁੱਕੀ ਸੀ ਤੇ ਜਦੋਂ ਹੀ 3 ਮਈ 1937 ਨੂੰ ਆਪਣੀ 63ਵੀਂ ਉਡਾਨ ਦੇ ਲਈ ਇਹ 에ਅਰਸ਼ਿਪ ਹਵਾ ਦੇ ਵਿੱਚ ਹੁੰਦੀ ਆ ਤਾਂ ਇਹਦੇ ਵਿੱਚ ਤਕਰੀਬਨ 97 ਯਾਤਰੀ ਬੈਠੇ ਸੀ ਜਿਹੜੇ ਕਿ ਵੱਖੋ-ਵੱਖ ਕੰਮਾਂ ਦੇ ਲਈ US ਦੇ ਵਿੱਚ ਜਾ ਰਹੇ ਸੀ ਤੇ ਤਕਰੀਬਨ 2 ਦਿਨਾਂ ਦਾ ਸਫ਼ਰ ਤੈਅ ਕਰਕੇ ਇਸ 에ਅਰਸ਼ਿਪ ਨੇ US ਦੇ ਵਿੱਚ ਲੈਂਡ ਕਰਨਾ ਸੀ, ਪਰ ਆਲਰੇਡੀ ਖਰਾਬ ਮੌਸਮ ਹੋਣ ਦੇ ਕਰਕੇ ਇਹ ਸ਼ਿਪ 12 ਘੰਟੇ ਲੇਟ ਹੋ ਗਈ ਸੀ ਤੇ ਜਦੋਂ ਹੀ ਇਹ 에ਅਰਸ਼ਿਪ ਨਿਊ ਜਰਸੀ ਪਹੁੰਚਦੀ ਹੈ ਤਾਂ ਲੈਂਡਿੰਗ ਕਰਨ ਦੀ ਤਿਆਰੀ ਕਰਦੀ ਹੈ, ਪਰ ਉਸ ਸਮੇਂ ਇਸ 에ਅਰਸ਼ਿਪ ਦੀ ਹਜੇ ਉਚਾਈ ਤਕਰੀਬਨ 670 ਫੁੱਟ ਸੀ ਜਿਹਦੇ ਕਰਕੇ ਲੈਂਡਿੰਗ ਪੋਸੀਬਲ ਨਹੀਂ ਸੀ। ਤਾਂ ਕਰਕੇ ਪਾਇਲਟ ਡਿਸਾਈਡ ਕਰਦਾ ਕਿ ਇੱਕ ਚੱਕਰ ਮਾਰ ਕੇ ਵਾਪਸ ਤੋਂ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਦੋਂ ਹੀ ਇਹ 에ਅਰਸ਼ਿਪ ਇੱਕ ਚੱਕਰ ਪੂਰਾ ਕਰਕੇ ਵਾਪਸ ਆਉਂਦੀ ਆ ਤਾਂ ਇਹ ਲੈਂਡਿੰਗ ਦੇ ਲਈ ਆਪਣੀਆਂ ਰੱਸੀਆਂ ਨੂੰ ਰਿਲੀਜ਼ ਕਰਦੇ ਆ ਤਾਂ ਕਿ ਗਰਾਊਂਡ ਤੇ ਖੜੇ ਸਟਾਫ ਨੂੰ ਉਹ ਰੱਸੀਆਂ ਮਿਲ ਸਕਣ ਤੇ ਉਹ ਰੱਸੀਆਂ ਨੂੰ ਖਿੱਚ ਕੇ ਇਸ 에ਅਰਸ਼ਿਪ ਨੂੰ ਲੈਂਡ ਕਰਾਇਆ ਜਾ ਸਕੇ। ਪਰ ਪਾਇਲਟ ਨੇ ਜਦੋਂ ਹੀ ਰੱਸੀਆਂ ਰਿਲੀਜ਼ ਕੀਤੀਆਂ ਸੀ ਤਾਂ ਪਾਇਲਟ ਇਹ ਨੋਟ ਕਰਦਾ ਕਿ ਪਿਛਲੀ ਸਾਈਡ ਤੋਂ ਟਿਲਟ ਮਿਲਣਾ ਬੰਦ ਹੋ ਰਿਹਾ ਕਿਉਂਕਿ ਉਹਨੂੰ ਲੱਗਦਾ ਕਿ ਹਾਈਡਰੋਜਨ ਗੈਸ ਲੀਕ ਹੋ ਰਹੀ ਆ ਪਿਛਲੇ ਪਾਸਿਓਂ। ਪਰ ਇੰਨੇ ਹੀ ਸਮੇਂ ਦੇ ਵਿੱਚ ਜਦੋਂ ਗਰਾਊਂਡ ਸਟਾਫ ਉਹਨਾਂ ਰੱਸੀਆਂ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸ 에ਅਰਸ਼ਿਪ ਦੇ ਪਿਛਲੇ ਪਾਸਿਓਂ ਇੱਕ ਬਹੁਤ ਵੱਡਾ ਧਮਾਕਾ ਹੁੰਦਾ ਤੇ ਦੇਖਦੇ ਹੀ ਦੇਖਦੇ ਅਗਲੇ 30 ਸਕਿੰਟਾਂ ਦੇ ਵਿੱਚ ਇਹ ਪੂਰੀ ਦੀ ਪੂਰੀ 에ਅਰਸ਼ਿਪ ਅੱਗ ਦੇ ਗੋਲੇ ਦੇ ਵਿੱਚ ਬਦਲ ਜਾਂਦੀ ਆ। ਜਿੰਨੇ ਵੀ ਯਾਤਰੀ ਤੇ ਕ੍ਰਿਊ ਮੈਂਬਰ ਇਸ 에ਅਰਸ਼ਿਪ ਦੇ ਵਿੱਚ ਸੀ ਜਾਂ ਤਾਂ ਉਹ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਆ ਜਾਂ ਉਹ ਉਨੀ ਹੀ ਉਚਾਈ ਤੋਂ ਨੀਚੇ ਵੱਲ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਆ, ਜਿਹਦੇ ਕਰਕੇ ਕਈ ਲੋਕਾਂ ਦੀ ਥੱਲੇ ਡਿੱਗਣ ਦੇ ਨਾਲ ਵੀ ਮੌਤ ਹੋ ਜਾਂਦੀ ਆ ਤੇ ਇਸ 에ਅਰਸ਼ਿਪ ਦੇ ਵਿੱਚ 97 ਲੋਕਾਂ ਦੇ ਵਿੱਚੋਂ 35 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਕਿਉਂਕਿ 에ਅਰ ਟਰੈਵਲ ਉਸ ਸਮੇਂ ਤੱਕ ਇੰਨਾ ਆਮ ਨਹੀਂ ਸੀ, ਜਿਹਦੇ ਕਰਕੇ ਜਦੋਂ ਇਹ 에ਅਰਸ਼ਿਪ ਲੈਂਡ ਕਰਨ ਦੀ ਕੋਸ਼ਿਸ਼ ਕਰ ਰਹੀ ਹੁੰਦੀ ਆ ਤਾਂ ਉਹਨੂੰ
ਉਹਨੂੰ ਕੈਦ ਕਰਨ ਦੇ ਲਈ ਲੋਕ ਆਪਣੇ ਕੈਮਰੇ ਲੈ ਕੇ ਆਉਂਦੇ ਆ, ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ 에ਅਰਸ਼ਿਪ ਦੇ ਇਤਿਹਾਸ ਦਾ ਆਖਰੀ ਡਿਜ਼ਾਸਟਰ ਉਹ ਆਪਣੇ ਕੈਮਰਿਆਂ ਦੇ ਵਿੱਚ ਰਿਕਾਰਡ ਕਰ ਰਹੇ ਆ। ਤਾਂ ਜਦੋਂ ਹੀ ਅੱਗ ਲੱਗਦੀ ਆ ਤਾਂ ਸਾਰੇ ਦਾ ਸਾਰਾ ਉਹ ਦ੍ਰਿਸ਼ ਕੈਮਰਿਆਂ ਦੇ ਵਿੱਚ ਰਿਕਾਰਡ ਹੋ ਜਾਂਦਾ। ਤੇ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਇਸ 에ਅਰਸ਼ਿਪ ਦੇ ਵਿੱਚ ਐਡਾ ਵੱਡਾ ਧਮਾਕਾ ਹੋਣ ਦਾ, ਅੱਗ ਲੱਗਣ ਦਾ ਕੀ ਕਾਰਨ ਸੀ, ਉਹਦੇ ਬਾਰੇ ਤਾਂ ਵੱਖੋ-ਵੱਖ ਥਿਊਰੀਜ਼ ਰਿਸਰਚ ਟੀਮ ਨੂੰ ਨਿਕਲ ਕੇ ਆਈਆਂ। ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਕੋਈ ਵੀ ਫਲਾਈਟ ਕ੍ਰੈਸ਼ ਕਰਦੀ ਹੈ ਤਾਂ ਉਹਦੇ ਵਿੱਚ ਫਲਾਈਟ ਡਾਟਾ ਰਿਕਾਰਡਰ ਜਾਂ ਬਲੈਕ ਬਾਕਸ ਹੁੰਦਾ, ਜਿਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਉਸ ਸਮੇਂ ਇਸ ਫਲਾਈਟ ਦੇ ਨਾਲ ਕੀ ਹੋਇਆ। ਪਰ ਉਸ ਸਮੇਂ ਤੱਕ ਬਲੈਕ ਬਾਕਸ ਜਾਂ ਫਲਾਈਟ ਡਾਟਾ ਰਿਕਾਰਡਰ ਨਾਂ ਦੀ ਕੋਈ ਵੀ ਚੀਜ਼ ਨਹੀਂ ਸੀ। ਤਾਂ ਕਰਕੇ ਲੋਕਾਂ ਦੀਆਂ ਜਿਹੜੀਆਂ ਥਿਊਰੀਆਂ ਨਿਕਲ ਕੇ ਆਈਆਂ ਉਹਨਾਂ ਤੇ ਹੀ ਯਕੀਨ ਕਰਨਾ ਪੈ ਰਿਹਾ ਸੀ। ਕੋਈ ਤਾਂ ਇਹ ਕਹਿ ਰਿਹਾ ਸੀ ਕਿ ਯਾਤਰੀਆਂ ਦੇ ਵਿੱਚੋਂ ਕਿਸੇ ਨਾ ਕਿਸੇ ਯਾਤਰੀ ਦੇ ਕੋਲ ਇੱਕ ਗਨ ਸੀ, ਜਿਹਦੇ ਕਰਕੇ ਉਹਨੇ ਫਾਇਰਿੰਗ ਕੀਤੀ ਤੇ ਹਾਈਡਰੋਜਨ ਗੈਸ ਨੂੰ ਸਪਾਰਕ ਮਿਲਣ ਦੇ ਕਰਕੇ ਅੱਗ ਲੱਗ ਗਈ ਤੇ ਇਹ ਫਲਾਈਟ ਕ੍ਰੈਸ਼ ਕਰ ਗਈ। ਇਹਦੇ ਤੋਂ ਇਲਾਵਾ ਕਈ ਲੋਕ ਇਹ ਵੀ ਦਾਅਵਾ ਕਰ ਰਹੇ ਸੀ ਕਿ ਜਰਮਨ ਦੀ ਸਰਕਾਰ ਨੇ ਇਹਦੇ ਵਿੱਚ ਇੱਕ ਬੰਬ ਰੱਖਿਆ ਸੀ ਤੇ ਜਦੋਂ ਹੀ ਇਹ ਫਲਾਈਟ ਲੈਂਡ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਉਹ ਬੰਬ ਬਲਾਸਟ ਕਰ ਜਾਂਦਾ ਤੇ ਯੂਐਸ ਦੇ ਵਿੱਚ ਇੰਨੇ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਆ। ਪਰ ਸਭ ਤੋਂ ਪਪੂਲਰ ਥਿਊਰੀ ਦੀ ਗੱਲ ਕਰੀਏ ਤਾਂ ਉਹ ਇਹ ਆ ਕਿ ਪਿਛਲੇ ਕਿਸੇ ਵੀ 2 ਬੈਗਸ ਦੇ ਵਿੱਚੋਂ ਹਾਈਡਰੋਜਨ ਗੈਸ ਲੀਕ ਹੋਈ ਤੇ ਜਦੋਂ ਹੀ 에ਅਰਸ਼ਿਪ ਨੂੰ ਲੈਂਡ ਕਰਾਉਣ ਦੇ ਲਈ ਜਿਹੜੀਆਂ ਰੱਸੀਆਂ ਨੂੰ ਨੀਚੇ ਵੱਲ ਸੁੱਟਿਆ ਗਿਆ ਸੀ, ਜਦੋਂ ਹੀ ਉਹ ਗਰਾਊਂਡ ਦੇ ਨਾਲ ਟੱਚ ਦੇ ਵਿੱਚ ਆਈਆਂ ਤੇ ਉਸ ਸਮੇਂ ਮੌਸਮ ਖਰਾਬ ਹੋਣ ਦੇ ਕਰਕੇ ਉਹ ਗਰਾਊਂਡ ਗਿੱਲਾ ਸੀ ਤੇ ਜਦੋਂ ਹੀ ਉਹ ਰੱਸੀਆਂ ਗਿੱਲੀਆਂ ਹੋਈਆਂ ਤਾਂ ਇਲੈਕਟ੍ਰੋਨਸ ਸਰਕੂਲੇਟ ਕਰਨ ਲੱਗ ਗਏ, ਜਿਹਦੇ ਕਰਕੇ ਇਲੈਕਟ੍ਰੋਨਿਕ ਚਾਰਜ ਨਿਊਟਰਲ ਹੋ ਗਿਆ। ਪਰ ਫਿਰ ਪੋਟੈਂਸ਼ੀਅਲ ਡਿਫਰੈਂਸ ਦੇ ਕਰਕੇ ਇਸ 에ਅਰਸ਼ਿਪ ਦੇ ਵਿੱਚ ਇੱਕ ਬਲਾਸਟ ਹੋਇਆ, ਜਿਹਦੇ ਕਰਕੇ ਪੂਰੀ ਦੀ ਪੂਰੀ 에ਅਰਸ਼ਿਪ ਅੱਗ ਦੇ ਗੋਲੇ ਦੇ ਵਿੱਚ ਬਦਲ ਜਾਂਦੀ ਆ। ਇਹ ਜਿਹੜੀ ਥਿਊਰੀ ਆ ਇਹਦੇ ਉੱਪਰ ਜ਼ਿਆਦਾਤਰ ਜਿਹੜੇ ਸਾਇੰਟਿਸਟ ਆ ਉਹ ਬਲੀਵ ਕਰਦੇ ਆ। ਤੇ ਇਹ ਜਿਹੜੀ 에ਅਰਸ਼ਿਪ ਦੇ ਨਾਲ ਘਟਨਾ ਹੋਈ ਸੀ, ਇਹ ਕੋਈ ਪਹਿਲੀ 에ਅਰਸ਼ਿਪ ਦੇ ਨਾਲ ਘਟਨਾ ਨਹੀਂ ਸੀ, ਪਰ ਫਿਰ ਵੀ ਇਸ 에ਅਰਸ਼ਿਪ ਤੋਂ ਬਾਅਦ ਪੂਰੀ ਦੀ ਪੂਰੀ 에ਅਰਸ਼ਿਪ ਇੰਡਸਟਰੀ ਬੰਦ ਹੋ ਜਾਂਦੀ ਆ, ਕਿਉਂਕਿ ਇਹ ਜਿਹੜੀ ਘਟਨਾ ਸੀ ਇਹ ਪਹਿਲੀ ਘਟਨਾ ਸੀ ਜਿਹੜੀ ਕੈਮਰਿਆਂ ਦੇ ਵਿੱਚ ਰਿਕਾਰਡ ਹੋਈ ਸੀ। ਤੇ ਜਦੋਂ ਹੀ ਲੋਕਾਂ ਨੇ ਇਹ ਦ੍ਰਿਸ਼ ਦੇਖੇ ਤਾਂ ਲੋਕਾਂ ਦੇ ਵਿੱਚ ਹਿੰਮਤ ਨਹੀਂ ਸੀ ਹੁਣ 에ਅਰ ਟਰੈਵਲ ਕਰਨ ਦੀ, ਕਿਉਂਕਿ ਲੋਕਾਂ ਨੂੰ ਲੱਗਦਾ ਸੀ ਕਿ ਉਹ 1 ਜਾਂ 2 ਦਿਨਾਂ ਦੀ ਵੇਟ ਕਰਕੇ ਲੰਮਾ ਸਫ਼ਰ ਤੈਅ ਕਰਕੇ ਉਹ ਸਮੁੰਦਰ ਦੇ ਰਸਤੇ ਆ ਜਾਣਗੇ, ਪਰ ਇੰਨੇ ਰਿਸਕ ਵਾਲੇ 에ਅਰ ਟਰੈਵਲ ਦੇ ਵਿੱਚ ਉਹ ਸਫ਼ਰ ਨਹੀਂ ਕਰਨਗੇ, ਜਿਹਦੇ ਕਰਕੇ ਲਗਾਤਾਰ ਜਿੰਨੀਆਂ ਵੀ 에ਅਰਸ਼ਿਪ ਬਣਾਉਣ ਵਾਲੀਆਂ ਕੰਪਨੀਆਂ ਸੀ ਉਹਨਾਂ ਨੂੰ ਘਾਟਾ ਪੈਣ ਲੱਗ ਗਿਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਮਰਸ਼ੀਅਲ ਪਰਪਸ ਦੇ ਲਈ ਜਹਾਜ਼ਾਂ ਦਾ ਇਸਤੇਮਾਲ ਹੋਣ ਲੱਗ ਗਿਆ ਤਾਂ ਕਰਕੇ ਵੀ ਇਹ 에ਅਰਸ਼ਿਪ ਇੰਡਸਟਰੀ ਬੰਦ ਹੋ ਗਈ। ਤੇ ਇਹਦਾ ਘਟਨਾ ਸੀ ਹਿੰਡਨਬਰਗ ਡਿਜ਼ਾਸਟਰ ਦੀ। ਤੇ ਆਹ ਵੀਡੀਓ ਤੇ ਕਲਿੱਕ ਕਰਕੇ ਦੇਖਿਓ ਦੁਨੀਆ ਦਾ ਸਭ ਤੋਂ ਵਰਸਟ 에ਅਰ ਡਿਜ਼ਾਸਟਰ। ਤੇ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।